ਪੰਜਾਬ ਨੂੰ ਲੀਡਰ ਲੁੱਟ ਕੇ ਖਾ ਗਏ ਤੇ ਲੀਡਰਾਂ ਦੀ ਸ਼ਹਿ ਤੇ ਉਹਨਾਂ ਦੇ ਬੰਦੇ ਜਿਹੜੇ ਫੇਵਰੇਟ ਨੇ ਉਹ ਕਿਸ ਕਦਰ ਗੁੰਡਾਗਰਦੀ ਕਰਦੇ ਆ, ਅੱਜ ਉਸ ਦਾ ਵੱਡਾ ਸਬੂਤ ਲੈ ਕੇ ਹਾਜ਼ਰ ਹਾਂ। ਮੈਂ ਜਿਹੜੀ ਵੀ ਜਗ੍ਹਾ ਦੇ ਉੱਤੇ ਆਪਣਾ ਦੀਵਾਰ ਕਰਦਾ ਸੀ, ਇਹ ਉੱਤੇ ਆ ਕੇ ਦੀਵਾਰਾਂ ਸ਼ਾਮ ਨੂੰ ਟੇਕ ਦਿੰਦੇ ਸੀਗੇ ਅਤੇ ਪਿਸਤੌਲਾਂ ਨਾਲ ਸਾਨੂੰ ਉੱਥੋਂ ਭਜਾ ਦਿੰਦੇ ਸੀ। ਅੱਛਾ, ਤਾਂ ਇਹਨਾਂ ਦੇ ਨਾਲ ਸਾਥ ਕੌਣ, ਕੀ ਪ੍ਰਸ਼ਾਸਨ ਸਾਥ ਦੇ ਰਿਹਾ ਸੀ ਉਦੋਂ? ਇਹਨਾਂ ਦਾ ਉਸ ਟਾਈਮ ਦੇ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਸੀ ਔਰ ਲੀਡਰ ਵੀ ਸਾਥ ਦੇ ਰਹੇ ਸੀ। ਕੌਣ ਸੀਗੇ, ਕੋਈ ਤੁਸੀਂ ਨਾਂ ਲੈ ਸਕਦੇ ਹੋ? ਵਕਤ ਆਉਣ ਦੇ ਉੱਤੇ ਮੈਂ ਸਾਰਿਆਂ ਦੇ ਨਾਂ ਲਵਾਂਗਾ। ਕੀ ਰਾਜੀਨਾਮਾ ਹੋਇਆ ਜਿਹੜਾ ਹੈ? ਰਾਜੀਨਾਮੇ ਦੇ ਵਿੱਚ ਇਹਨਾਂ ਨੇ ਮੈਨੂੰ ਜ਼ਮੀਨ ਦੇਣੀ ਕੀਤੀ ਹੈ ਅਤੇ ਚੈੱਕ ਵੀ ਦਿੱਤੇ ਮੈਨੂੰ, ਲੇਕਿਨ ਇਹਨਾਂ ਦੇ ਚੈੱਕ ਵੀ ਬਾਉਂਸ ਹੋ ਗਏ ਔਰ ਇਹਨਾਂ ਦੀ ਰਜਿਸਟਰੀਆਂ ਵੀ ਨਹੀਂ ਇਹਨਾਂ ਮੇਰੇ ਨਾਲ। ਕਿੰਨੇ ਲੱਖ ਦੇ ਚੈੱਕ ਸੀਗੇ ਇਹ? 54 ਲੱਖ ਦਾ ਚੈੱਕ ਅਸ਼ੋਕ ਕੁਮਾਰ ਦਾ ਦਿੱਤਾ। ਸੀਐਮ ਸਾਹਿਬ ਦੀ ਨਜ਼ਰ 'ਚ ਹੈ ਇਹ ਮਾਮਲਾ ਜਾਂ ਤੁਹਾਨੂੰ ਲੱਗਦਾ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ? ਇਹਨਾਂ ਦੀ ਅਕਾਲੀ ਦੇ ਵੇਲੇ ਵੀ ਪੂਰੀ ਚਲਤ ਸੀਗੀ, ਹੁਣ ਕਾਂਗਰਸ ਦੇ ਵਿੱਚ ਵੀ ਪੂਰੀ ਚਲਤ ਹੈ। ਬੜੇ ਮੋٹے ਇਹ ਕਾਰਨਾਮੇ ਕਰ ਰਹੇ ਨੇ, 70 80 ਲੱਖ ਰੁਪਏ ਦੀ ਰਿਸ਼ਵਤਾਂ ਦੇ ਰਹੇ ਨੇ ਕਿਸੇ ਪੋਲੀਟੀਕਲ ਲੀਡਰ ਨੂੰ? ਬਿਲਕੁਲ ਜੀ, ਬਠਿੰਡੇ ਦੇ ਮੌਜੂਦਾ ਨੇ, ਕਾਂਗਰਸੀ ਨੇ ਉਹ। ਮੈਂ ਇਹਦਾ ਖੁਲਾਸਾ ਤੁਹਾਨੂੰ ਕਿਸੇ ਟਾਈਮ ਫਿਰ ਦੱਸਾਂਗਾ। ਜਦੋਂ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਇਹ ਖੁਲਾਸੇ ਕਰਾਂਗਾ। ਮੈਂ ਸੀਐਮ ਸਾਹਿਬ ਦੀ ਕੋਠੀ ਦੇ ਘੱਟੋ ਘੱਟ 15 ਚੱਕਰ ਮਾਰ ਚੁੱਕਿਆ। ਉਹਨਾਂ ਦੇ ਓਐਸਡੀ ਐਮਪੀ ਸਿੰਘ ਉਹਨਾਂ ਨੂੰ ਵੀ ਮਿਲ ਚੁੱਕਿਆ। ਉਹਨਾਂ ਨੂੰ ਦੱਸੀ ਸਾਰੀ ਗੱਲ ਦੱਸੀ ਹੈ। ਸਾਰੇ ਮੈਨੂੰ ਇਨਸਾਫ ਦੇਣਾ ਚਾਹੁੰਦੇ ਨੇ, ਪਰ ਪਤਾ ਨਹੀਂ ਕਿਹੜਾ ਪੋਲੀਟੀਕਲ ਲੀਡਰ ਹੈ ਜਾਂ ਕੌਣ ਹੈਗਾ ਜਿਹੜਾ ਮੈਨੂੰ ਪ੍ਰਸ਼ਾਸਨ ਨੂੰ ਉਹਨੇ ਰੋਕਿਆ ਹੋਇਆ। ਕਾਲੜਾ ਸਾਹਿਬ, ਤੁਹਾਨੂੰ ਮਨਪ੍ਰੀਤ ਸਿੰਘ ਬਾਦਲ ਦਾ ਕਿਉਂਕਿ ਹਲਕਾ ਹੈ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਉੱਥੇ, ਉਹਨਾਂ ਦਾ ਰਸੂਖ ਹੈ, ਜਿਵੇਂ ਤੁਸੀਂ ਦੱਸ ਰਹੇ ਹੋ ਜੈਜੀਤ ਜੋਹਲ ਹੋਣਾ ਦਾ, ਕਦੇ ਉਹਨਾਂ ਨਾਲ ਸੰਪਰਕ ਕੀਤਾ ਹੋਵੇ, ਉਹਨਾਂ ਨੂੰ ਗੱਲਬਾਤ ਦੱਸ ਕੇ ਕਿਹਾ ਹੋਵੇ ਕਿ ਮੇਰਾ ਇਹ ਕੰਮ ਕਰਾਓ? ਮੈਂ ਬੜੀ ਵਾਰ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਕੋਲ ਗਿਆ, ਉਹਨਾਂ ਟੈਲੀਫੋਨ ਵੀ ਕੀਤੇ, ਜੋ ਵੀ ਅਪੀਲ ਕੀਤੀ ਉਹਨਾਂ ਕੋਲ ਵੀ ਗਿਆ, ਲੇਕਿਨ ਪ੍ਰਸ਼ਾਸਨ ਹੱਥ ਜੋੜ ਦਿੰਦਾ ਸੀਗਾ ਵੀ ਅਸੀਂ ਕੁਝ ਨਹੀਂ ਕਰ ਸਕਦੇ। ਪਤਾ ਨਹੀਂ ਪਿੱਛੋਂ ਕੀ ਗੱਲ ਹੈ, ਕਿਉਂਕਿ ਪ੍ਰਸ਼ਾਸਨ ਨੇ ਹੱਥ ਚੁੱਕੇ ਆ। ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਇਹ ਲੈਂਡ ਮਾਫੀਆ ਨੇ ਕਈਆਂ ਨਾਲ ਠੱਗੀ ਮਾਰੀ ਹੈ, ਤੁਸੀਂ ਕਿਵੇਂ ਫਸ ਗਏ? ਮੇਰੀ ਜੀ ਬਦਕਿਸਮਤੀ ਕਹਿ ਸਕਦੇ ਹੋ ਕਿ ਕਈ ਵਾਰ ਬਦਕਿਸਮਤੀ ਐਸੀ ਹੁੰਦੀ ਹੈ। ਮੈਂ ਇਹਨਾਂ ਨਾਲ ਪਾਰਟਨਰਸ਼ਿਪ ਕਰ ਬੈਠਾ, ਮੈਨੂੰ ਨਹੀਂ ਸੀ ਪਤਾ। ਜਦੋਂ ਮੈਂ ਲਿਖ ਪੜ੍ਹ ਕਰਕੇ ਮੈਂ ਬਾਹਰ ਗਿਆ ਕਿ ਮੈਂ ਇਹਨਾਂ ਨਾਲ ਪਾਰਟਨਰਸ਼ਿਪ ਕੀਤੀ ਹੈ, ਤਾਂ ਮੈਨੂੰ ਲੋਕਾਂ ਨੇ ਕਿਹਾ ਵੀ ਤੂੰ ਫਸ ਗਿਆ। ਮੈਂ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ, ਇਹਨਾਂ ਨੇ ਨਿਕਲਣ ਨਹੀਂ ਦਿੱਤਾ। ਪੰਜਾਬ ਨੂੰ ਲੀਡਰ ਲੁੱਟ ਕੇ ਖਾ ਗਏ ਤੇ ਲੀਡਰਾਂ ਦੀ ਸ਼ਹਿ ਤੇ ਉਹਨਾਂ ਦੇ ਬੰਦੇ ਜਿਹੜੇ ਫੇਵਰੇਟ ਨੇ ਉਹ ਕਿਸ ਕਦਰ ਗੁੰਡਾਗਰਦੀ ਕਰਦੇ ਆ, ਅੱਜ ਉਸ ਦਾ ਵੱਡਾ ਸਬੂਤ ਲੈ ਕੇ ਹਾਜ਼ਰ ਹਾਂ। ਕਿਵੇਂ ਲੈਂਡ ਮਾਫੀਆ ਪੰਜਾਬ ਨੂੰ ਖਾ ਰਿਹਾ ਹੈ, ਆਮ ਬੰਦਾ ਪੰਜਾਬ ਛੱਡ ਕੇ ਤਾਂ ਹੀ ਪੰਜਾਬ ਚੋਂ ਬਾਹਰ ਜਾ ਰਿਹਾ ਹੈ। ਇੱਕ ਆਮ ਬਿਜ਼ਨਸਮੈਨ, ਇੱਕ ਆਮ ਵਪਾਰੀ ਜਾਂ ਕੋਈ ਵੀ ਆਮ ਬੰਦਾ ਪੰਜਾਬ ਦੇ ਵਿੱਚ ਡਰਨ ਲੱਗ ਪਿਆ। ਕਿਵੇਂ ਰਹੂਗਾ ਪੰਜਾਬ 'ਚ ਹੁਣ ਉਹ, ਜਦੋਂ ਲੈਂਡ ਮਾਫੀਆ ਪੰਜਾਬ ਨੂੰ ਖਾ ਲੂਗਾ ਤਾਂ ਪੰਜਾਬ 'ਚ ਕਿਵੇਂ ਰਹੋਗੇ? ਇਸੇ ਦੀ ਇੱਕ ਵੱਡੀ ਮਿਸਾਲ ਅੱਜ ਲੈ ਕੇ ਹਾਜ਼ਰ ਹਾਂ। ਬਠਿੰਡਾ ਦੇ ਵਿੱਚ ਲੈਂਡ ਮਾਫੀਆ ਦਾ ਵੱਡਾ ਇੱਕ ਗਿਰੋਹ ਹੈ, ਉਹਦਾ ਪਰਦਾਫਾਸ਼ ਕਰਦੇ ਹਾਂ, ਕਿਸ ਤਰ੍ਹਾਂ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਹੈ। ਸਾਡੇ ਨਾਲ ਗਿਆਨ ਸਿੰਘ ਕਾਲੜਾ ਜੀ ਨੇ, ਲੁਧਿਆਣੇ ਦੇ ਰਹਿਣ ਵਾਲੇ ਨੇ, ਪਰ ਬਠਿੰਡਾ 'ਚ ਕਿਵੇਂ ਇਹਨਾਂ ਦੇ ਨਾਲ ਸ਼ਰੇਆਮ ਧੱਕਾ ਹੋਇਆ, ਜੋ ਦੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਕਾਲੜਾ ਸਾਹਿਬ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਤੁਸੀਂ ਮੈਨੂੰ ਆਪਣੇ ਚਾਂਸ ਦਿੱਤਾ ਮੀਡੀਆ 'ਚ ਬੁਲਾ ਕੇ ਆਪਣੀ ਗੱਲ ਰੱਖਣ ਦਾ, ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ। ਕਾਲੜਾ ਸਾਹਿਬ, ਹੋਇਆ ਕੀ ਹੈ, ਜੇ ਸ਼ਾਰਟ ਦੇ ਵਿੱਚ ਦਰਸ਼ਕਾਂ ਨੂੰ ਸਿੰਪਲ ਵਰਡਸ 'ਚ ਸਮਝਾਈਏ ਤਾਂ ਤੁਹਾਡੇ ਨਾਲ, ਜਿਵੇਂ ਮੈਂ ਕਿਹਾ ਲੈਂਡ ਮਾਫੀਆ, ਤਾਂ ਤੁਹਾਡੇ ਨਾਲ ਧੱਕਾ ਕੀ ਹੋਇਆ? ਸਰ 2006 ਦੇ ਵਿੱਚ ਮੈਂ ਜ਼ਮੀਨ ਖਰੀਦੀ ਸੀਗੀ ਇਹਨਾਂ ਦੇ ਨਾਲ ਰਲ ਕੇ। ਮੇਰੀ ਬਦਕਿਸਮਤੀ ਸੀ ਕਿ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਲੈਂਡ ਮਾਫੀਆ ਨੇ, ਜਿਹਦੇ 'ਚੋਂ ਮੈਂ ਨਿਕਲਣ ਦੀ ਕੋਸ਼ਿਸ਼ ਕੀਤੀ, ਮੈਨੂੰ ਨਿਕਲਣ ਨਹੀਂ ਦਿੱਤਾ। ਅਸ਼ੋਕ ਕੁਮਾਰ ਪੁੱਤਰ ਮੋਹਨ ਲਾਲ ਅਤੇ ਸਤਿੰਦਰ ਸਿੰਘ ਉਰਫ ਰੂਬੀ ਪੁੱਤਰ ਜੀਤੀ ਪ੍ਰਧਾਨ, ਜਿਹੜੇ ਕਿ ਬਠਿੰਡਾ ਦੇ ਬਹੁਤ ਮਸ਼ਹੂਰ ਠੱਗਾਂ ਦੇ ਵਿੱਚ ਗਿਣਤੀ ਆਉਂਦੀ ਹੈ। ਤੁਸੀਂ ਕਿਸੇ ਵੀ ਪੁੱਛ ਸਕਦੇ ਹੋ ਕਿਸੇ ਨੂੰ ਵੀ ਕਿ ਇਹਨਾਂ ਨੇ ਕਿੰਨੀਆਂ ਠੱਗੀਆਂ ਮਾਰੀਆਂ ਹੋਈਆਂ, ਲੈਂਡ ਗ੍ਰੈਬਿੰਗ ਕੀਤੀਆਂ ਹੋਈਆਂ। ਮੈਂ ਵੀ ਉਸ ਲੈਂਡ ਗ੍ਰੈਬਿੰਗ ਦਾ ਸ਼ਿਕਾਰ ਹੋਇਆ ਤੇ ਅੱਜ ਤਕਰੀਬਨ 15 ਸਾਲ ਤੋਂ ਦਰ ਮੈਂ ਜਾ ਕੇ ਇਹਨਾਂ ਨੂੰ ਰਿਕੁਐਸਟਾਂ ਕੀਤੀਆਂ, ਪੁਲਿਸ ਨੂੰ ਕੀਤੀਆਂ, ਲੀਡਰਾਂ ਨੂੰ ਕੀਤੀਆਂ, ਪਰ ਮੈਨੂੰ ਕੋਈ ਨਿਆਂ ਨਹੀਂ ਮਿਲਿਆ।
ਹੋਇਆ ਕੀ 15 ਸਾਲ ਪਹਿਲਾਂ ਜੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ, 15 ਸਾਲ ਹੋ ਗਏ, ਇਨਸਾਫ ਨਹੀਂ ਮਿਲਿਆ, ਧੱਕਾ ਹੋਇਆ ਕੀ ਹੈ ਤੁਹਾਡੇ ਨਾਲ? ਧੱਕਾ ਆਇਆ ਹੋਇਆ ਜੀ, ਇਹਨਾਂ ਨੇ ਇੱਕ ਜਗ੍ਹਾ ਅਸੀਂ ਖਰੀਦੀ ਜਿਹਦੇ 'ਚ 35 ਪੈਸੇ ਦਾ ਮੈਂ ਪਾਰਟਨਰ ਸੀ, 50 ਪੈਸੇ ਦਾ ਸਤਿੰਦਰ ਸਿੰਘ ਰੂਬੀ ਸੀ, 15% ਦਾ ਅਸ਼ੋਕ ਕਰਤਾ ਦਰਤਾ ਇਸ ਪਾਰਟਨਰ ਸੀਗੇ। ਇਹਨਾਂ ਨੇ ਮੇਰੇ ਨਾਲ ਪਹਿਲੇ ਸ਼ੁਰੂ ਤੋਂ ਠੱਗੀ ਮਾਰੀ, ਜਿਹਦੇ 'ਚ ਮੇਰੀ ਰਜਿਸਟਰੀ ਨਹੀਂ ਸੀ ਕਰਾਉਂਦੇ। ਮੈਂ ਸੁਖਬੀਰ ਬਾਦਲ ਨੂੰ ਮਿਲ ਕੇ ਤੇ ਹੋਰ ਅਫਸਰਾਂ ਨੂੰ ਮਿਲ ਕੇ ਹੱਕ ਲਾਲ ਦੀ ਲੜਾਈ ਲੜੀ ਤੇ ਜਿਹਦੇ 'ਚ ਮੇਰੀ ਇਹਨਾਂ ਰਜਿਸਟਰੀ ਕਰਾ ਦਿੱਤੀ। ਉਦੋਂ ਸਰਕਾਰ ਅਕਾਲੀ ਦਲ ਦੀ ਸੀ। ਅਕਾਲੀ ਦਲ ਦੀ ਸੀਗੀ। ਬੜੀ ਮੁਸ਼ਕਲਾਂ ਦੇ ਨਾਲ ਮੈਨੂੰ ਹੱਕ ਮਿਲਿਆ, ਬੜੀ ਮਿਹਨਤ ਦੇ ਨਾਲ, ਲੇਕਿਨ ਰਜਿਸਟਰੀ ਕਰਾਉਣ ਤੋਂ ਬਾਅਦ ਇਹਨਾਂ ਨੇ ਰਲ ਕੇ ਰਾਵਾਂ ਦੀ ਰਜਿਸਟਰੀਆਂ ਕਰਾ ਕੇ ਮੇਰੀ ਜਗ੍ਹਾ ਵੇਚ ਦਿੱਤੀ ਅਤੇ ਮੈਨੂੰ ਜਗ੍ਹਾ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ। ਮੈਂ ਬਹੁਤ ਕੋਸ਼ਿਸ਼ ਕੀਤੀ। ਕਲੋਨੀ ਕੱਟੀ ਸੀ ਇਹ? ਹਾਂਜੀ, ਕਲੋਨੀ ਕੱਟੀ। ਮੈਂ ਜਿਹੜੀ ਵੀ ਜਗ੍ਹਾ ਦੇ ਉੱਤੇ ਆਪਣਾ ਦੀਵਾਰ ਕਰਦਾ ਸੀ, ਇਹ ਉੱਤੇ ਆ ਕੇ ਦੀਵਾਰਾਂ ਸ਼ਾਮ ਨੂੰ ਟੇਕ ਦਿੰਦੇ ਸੀਗੇ ਅਤੇ ਪਿਸਤੌਲਾਂ ਨਾਲ ਸਾਨੂੰ ਉੱਥੋਂ ਭਜਾ ਦਿੰਦੇ ਸੀ। ਅੱਛਾ, ਤਾਂ ਇਹਨਾਂ ਦੇ ਨਾਲ ਸਾਥ ਕੌਣ, ਕੀ ਪ੍ਰਸ਼ਾਸਨ ਸਾਥ ਦੇ ਰਿਹਾ ਸੀ ਉਦੋਂ? ਇਹਨਾਂ ਦਾ ਉਸ ਟਾਈਮ ਦੇ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਸੀ ਔਰ ਲੀਡਰ ਵੀ ਸਾਥ ਦੇ ਰਹੇ ਸੀਗੇ। ਕੌਣ ਸੀਗੇ ਉਹ? ਕੋਈ ਤੁਸੀਂ ਨਾਂ ਲੈ ਸਕਦੇ ਹੋ? ਮੈਂ ਇਸ ਟਾਈਮ ਨਾਂ ਨਹੀਂ ਉਹਨਾਂ ਦਾ ਲੈ ਸਕਦਾ, ਪਰ ਵਕਤ ਆਉਣ ਦੇ ਉੱਤੇ ਮੈਂ ਸਾਰਿਆਂ ਦੇ ਨਾਂ ਲਵਾਂਗਾ। ਤਾਂ ਤੁਸੀਂ ਕਹਿ ਰਹੇ ਹੋ ਕਿ ਲੀਡਰਾਂ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਨੇ ਤੁਹਾਡੀ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ, ਇਹ ਕਹਿ ਸਕਦੇ ਹਾਂ? ਬਿਲਕੁਲ ਕਬਜ਼ਾ ਕੀਤਾ। ਮੈਂ ਅੱਜ ਰਜਿਸਟਰੀਆਂ ਨਾਲ ਹੱਥ 'ਚ ਲਈ ਫਿਰਦਾ, ਇੰਤਕਾਲ ਮੈਂ ਨਾਲ ਲਈ ਫਿਰਦਾ। ਮੇਰਾ ਬ੍ਰਦਰ ਡਾਕਟਰ ਚਰਨਜੀਤ ਸਿੰਘ ਕਾਲਰਾ 1300 ਗਜ਼ ਦੀ ਰਜਿਸਟਰੀ ਲੈ ਕੇ ਇੰਤਕਾਲ ਲੈ ਕੇ ਫਿਰ ਰਿਹਾ। ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਤੇ ਸਾਡੇ ਨਾਲ ਇਹਨਾਂ ਨੇ, ਜਦੋਂ ਪੁਲਿਸ ਦੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਸੀ, ਪੁਲਿਸ ਬੁਲਾਉਂਦੀ ਸੀ, ਇਹ ਸਾਡੇ ਨਾਲ ਫੈਸਲਾ ਕਰ ਲੈਂਦੇ ਸੀ। ਸਾਡੇ ਨਾਲ 2 ਵਾਰੀ ਇਹਨਾਂ ਨੇ ਬੈਠ ਕੇ ਰਾਜ਼ੀਨਾਮਾ ਕਰ ਦਿੱਤਾ, ਲੇਕਿਨ ਥੋੜੇ ਦਿਨਾਂ ਬਾਅਦ ਇਹ ਮੁੱਕਰ ਜਾਂਦੇ ਸੀ। ਫਿਰ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਤੇ ਸਾਨੂੰ ਭਜਾ ਦਿੱਤਾ ਜਾਂਦਾ ਸੀ। 15 ਸਾਲਾਂ 'ਚ 2 ਵਾਰ ਤੁਹਾਡਾ ਰਾਜ਼ੀਨਾਮਾ ਹੋਇਆ? ਸਾਡੇ ਨਾਲ 2 ਵਾਰੀ ਰਾਜ਼ੀਨਾਮਾ ਕੀਤਾ ਹੈ। ਇਹ ਉਹਦੀ ਰਾਜ਼ੀਨਾਮੇ ਦੀਆਂ ਕਾਪੀਆਂ ਮੇਰੇ ਕੋਲ ਨੇ। ਅਸ਼ੋਕ ਕੁਮਾਰ ਦੇ ਵੀ ਸਾਈਨ ਹਨ ਅਤੇ ਇਹਦੇ ਸਤਿੰਦਰ ਸਿੰਘ ਰੂਬੀ ਦੇ ਵੀ ਸਾਈਨ ਹਨ। 2 ਵਾਰੀ ਇਹਨਾਂ ਨੇ ਰਾਜ਼ੀਨਾਮਾ ਕਰ। ਕੀ ਰਾਜ਼ੀਨਾਮਾ ਹੋਇਆ ਜਿਹੜਾ? ਰਾਜ਼ੀਨਾਮੇ ਦੇ ਵਿੱਚ ਇਹਨਾਂ ਨੇ ਮੈਨੂੰ ਜ਼ਮੀਨ ਦੇਣੀ ਕੀਤੀ ਹੈ ਅਤੇ ਚੈੱਕ ਵੀ ਦਿੱਤੇ ਮੈਨੂੰ, ਲੇਕਿਨ ਇਹਨਾਂ ਦੇ ਚੈੱਕ ਵੀ ਬਾਉਂਸ ਹੋ ਗਏ ਔਰ ਇਹਨਾਂ ਦੀ ਰਜਿਸਟਰੀਆਂ ਵੀ ਨਹੀਂ ਇਹਨਾਂ ਮੇਰੇ ਨਾਂ ਤੇ। ਕਿੰਨੇ ਲੱਖ ਦੇ ਚੈੱਕ ਸੀਗੇ ਇਹ? 54 ਲੱਖ ਦਾ ਚੈੱਕ ਅਸ਼ੋਕ ਕੁਮਾਰ ਦਾ ਦਿੱਤਾ, ਜਿਹੜਾ ਕਿ ਮੈਨੂੰ ਅਦਾਲਤ ਦੇ ਵਿੱਚ ਮੈਂ ਇਹਦਾ ਲਾਇਆ ਹੋਇਆ ਹੈ। ਤਾਂ ਉਹ ਬਾਉਂਸ ਹੋ ਗਏ। ਉਸ ਤੋਂ ਬਾਅਦ ਫਿਰ ਅਗਲੀ ਗੱਲ ਕੀ ਹੋਈ? ਉਸ ਤੋਂ ਬਾਅਦ ਇਹਨਾਂ ਦੇ ਬੜੀ ਤਕੜੀ ਮਿਲੀ ਭੁਗਤ ਹੈ। ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ। ਅਸ਼ੋਕ ਕੁਮਾਰ ਦੇ ਉੱਤੇ ਆ 12-13 ਕੇਸ ਚੱਲ ਰਹੇ ਨੇ, ਠੱਗੀਆਂ ਦੇ, ਰੇਪ ਦੇ ਅਤੇ 420 ਦੇ, 138 ਦੇ ਚੈੱਕਾਂ ਦੇ ਬਾਉਂਸ, ਕਰੋੜਾਂ ਰੁਪਏ ਦੇ ਲੋਕਾਂ ਦੇ ਚੈੱਕਾਂ ਦੇ ਬਾਉਂਸ ਇਹਨਾਂ ਦੇ ਕੇਸ ਚੱਲ ਰਹੇ ਨੇ। ਕਿਹੜੀ ਸ਼ੈ ਤੇ ਕਿਹੜੀ ਤਾਕਤ ਹੈ ਜਿਹੜੀ ਪੁਲਿਸ ਇਹਨਾਂ ਨੂੰ ਨਹੀਂ ਬੁਲਾ ਰਹੀ? ਮੈਂ ਮੀਡੀਆ ਦੇ ਰਾਹੀਂ, ਮੀਡੀਆ ਦੀ ਕਿਰਪਾ ਦੇ ਸਦਕਾ ਮੈਂ ਸਾਰੇ ਚੈਨਲਾਂ ਨੂੰ ਬੇਨਤੀ ਕੀਤੀ, ਐਸਐਸਪੀ ਨੂੰ ਆਪਣੀ ਵੀਡੀਓ ਭੇਜੀ, ਆਈਜੀ ਸਾਹਿਬ ਨੂੰ ਭੇਜੀ, ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਨੂੰ ਭੇਜੀ, ਜੋਜੋ ਨੂੰ ਭੇਜੀ, ਕੈਪਟਨ ਸਾਹਿਬ ਨੂੰ ਬੇਨਤੀ ਕੀਤੀ, ਕੈਪਟਨ ਸਾਹਿਬ ਮੇਰੇ ਕੀ ਮਜਬੂਰੀ ਹੈ, ਪ੍ਰਸ਼ਾਸਨ ਮੇਰੀ ਕਿਉਂ ਮਦਦ ਨਹੀਂ ਕਰ ਰਿਹਾ? ਕੌਣ ਹੈ ਇਸ ਦੇ ਪਿੱਛੇ? ਇਹਨਾਂ ਦੀ ਇੰਨੀ ਵੱਡੀ ਲੈਂਡ ਗ੍ਰੈਬਿੰਗ ਹੈ। ਤੁਸੀਂ ਕੈਪਟਨ ਸਾਹਿਬ ਇੰਨੇ ਗੈਂਗਸਟਰ ਫੜ ਕੇ ਤੁਸੀਂ ਐਡਵਰਟਾਈਜ਼ ਕੀਤੇ ਨੇ। ਅਗਰ ਥੋੜੇ ਜਿਹੇ ਲੈਂਡ ਗ੍ਰੈਬਰ ਵੀ ਫੜ ਕੇ, ਮੈਂ ਤੁਹਾਨੂੰ ਦੇ ਰਿਹਾ ਲੈਂਡ ਗ੍ਰੈਬਰਾਂ ਦੇ ਨਾਂ ਫੜ ਕੇ ਦੇ ਰਿਹਾ, ਨਾਂ ਲੈ ਕੇ ਦੇ ਰਿਹਾ, ਅਗਰ ਲੈਂਡ ਗ੍ਰੈਬਰ ਵੀ ਤੁਸੀਂ ਅਗਰ ਫੜ ਲਓ ਤਾਂ ਪੰਜਾਬ ਦਾ ਬਹੁਤ ਭਲਾ ਹੋ ਜੇ, ਦੁਨੀਆ ਮਾਸੂਮ ਬਚ ਜਾਵੇ। ਜਿਹੜੇ ਤੁਸੀਂ ਕਿਸੇ ਕੋਲ ਵੀ, ਮੈਂ ਤੁਹਾਨੂੰ ਬੇਨਤੀ ਕਰਾਂਗਾ, ਬਠਿੰਡੇ ਦੇ ਸੈਂਕੜੇ ਬੰਦਿਆਂ ਕੋਲ ਇਹਨਾਂ ਲੈਂਡ ਗ੍ਰੈਬਾਂ ਬਾਰੇ ਪੁੱਛ ਸਕਦੇ ਹੋ। ਮੇਰੇ ਤੇ ਯਕੀਨ ਨਾ ਕਰੋ, ਤੁਸੀਂ ਕਿਸੇ ਨੂੰ ਵੀ ਫੋਨ ਲਗਾਓ, ਇਹਨਾਂ ਨੇ ਕਿੰਨੀਆਂ ਠੱਗੀਆਂ ਮਾਰੀਆਂ ਨੇ, ਪਰ ਕਿਸੇ ਕੇਸ ਦੇ ਵਿੱਚ, ਈਵਨ ਇਹਨਾਂ ਦੇ ਜਿਹੜਾ ਰੇਪ ਕੇਸ ਇਹਨੇ ਕੀਤਾ ਅਸ਼ੋਕ ਕੁਮਾਰ ਨੇ, ਇਹਨੂੰ ਉਹਦੇ ਵਿੱਚ ਵੀ ਇਹਦੀ ਗ੍ਰਿਫਤਾਰੀ ਨਹੀਂ ਹੋਈ। ਲੈਂਡ ਗ੍ਰੈਬਿੰਗ ਦੇ ਕੇਸ ਕਿਸੇ ਦੇ ਗ੍ਰਿਫਤਾਰੀ ਨਹੀਂ ਹੋਈ। ਕਾਲੜਾ ਸਾਹਿਬ, ਤੁਹਾਨੂੰ ਮਨਪ੍ਰੀਤ ਸਿੰਘ ਬਾਦਲ ਦਾ ਕਿਉਂਕਿ ਹਲਕਾ ਹੈ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਉੱਥੇ, ਉਹਨਾਂ ਦਾ ਰਸੂਖ ਹੈ, ਜਿਵੇਂ ਤੁਸੀਂ ਦੱਸ ਰਹੇ ਹੋ ਜੈਜੀਤ ਜੋਹਲ ਹੋਣਾ ਦਾ, ਕਦੇ ਉਹਨਾਂ ਨਾਲ ਸੰਪਰਕ ਕੀਤਾ ਹੋਵੇ, ਉਹਨਾਂ ਨੂੰ ਗੱਲਬਾਤ ਦੱਸ ਕੇ ਕਿਹਾ ਹੋਵੇ ਕਿ ਮੇਰਾ ਇਹ ਕੰਮ ਕਰਾਓ? ਮੈਂ ਬੜੀ ਵਾਰ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਕੋਲ ਗਿਆ, ਉਹਨਾਂ ਟੈਲੀਫੋਨ ਵੀ ਕੀਤੇ, ਜੋਜੋ ਜੀ ਨੂੰ ਵੀ ਅਪੀਲ ਕੀਤੀ, ਉਹਨਾਂ ਕੋਲ ਵੀ ਗਿਆ, ਲੇਕਿਨ ਪ੍ਰਸ਼ਾਸਨ ਹੱਥ ਜੋੜ ਦਿੰਦਾ ਸੀਗਾ ਵੀ ਅਸੀਂ ਕੁਝ ਨਹੀਂ ਕਰ ਸਕਦੇ। ਪਤਾ ਨਹੀਂ ਪਿੱਛੋਂ ਕੀ ਗੱਲ ਹੈ, ਕਿਉਂਕਿ ਪ੍ਰਸ਼ਾਸਨ ਨੇ ਹੱਥ ਚੁੱਕੇ ਆ। ਤੁਹਾਨੂੰ ਕੀ ਲੱਗਦਾ ਹੈ ਕਿਉਂ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ? ਕੀ ਇਹ ਜਿਹੜੇ ਬੰਦੇ ਨੇ ਇੰਨੇ ਪਾਵਰਫੁਲ ਨੇ ਜਾਂ ਇਹਨਾਂ ਦੇ ਪਿੱਛੇ ਕੀ ਹੈ? ਇਹ ਦੇਖੋ ਜੀ, ਇਹ ਬਹੁਤ ਵੱਡੇ ਲੈਂਡ ਗ੍ਰੈਬਰ ਨੇ। ਇਹ ਲੀਡਰਾਂ ਦੇ ਪੈਸੇ ਐਡਜਸਟ ਕਰਦੇ ਨੇ, ਲੀਡਰਾਂ ਨੂੰ ਕੀ ਕਰਦੇ ਨੇ ਮੈਂ ਕੁਝ ਕਹਿ ਨਹੀਂ ਸਕਦਾ, ਲੇਕਿਨ
ਪਾਵਰਫੁਲ ਹੋਣ ਦੇ ਕਰਕੇ ਇਹ ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਬਠਿੰਡੇ ਦੇ ਮੈਂ ਤੁਹਾਨੂੰ 45 ਕੇਸ ਮੇਰੇ ਕੋਲ ਹੈਗੇ ਨੇ ਜਿਨ੍ਹਾਂ ਨਾਲ ਇਹਨਾਂ ਨੇ ਠੱਗੀ ਮਾਰੀ ਹੈ ਔਰ ਕਿਸੇ ਨੂੰ ਨਿਆਂ ਨਹੀਂ ਮਿਲਿਆ। ਔਰ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਕਿਉਂ ਇਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਕਰਦੀ, ਨਾ ਹੱਥ ਪਾਉਂਦੀ ਹੈ। ਸੀਐਮ ਸਾਹਿਬ ਦੀ ਨਜ਼ਰ 'ਚ ਹੈ ਇਹ ਮਾਮਲਾ ਜਾਂ ਤੁਹਾਨੂੰ ਲੱਗਦਾ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ? ਮੈਂ ਸੀਐਮ ਸਾਹਿਬ ਦੇ ਨੂੰ ਵੀ ਇਹ ਅਪੀਲ ਕਰ ਚੁੱਕਿਆ। ਦਿਨਕਰ ਗੁਪਤਾ ਜੀ ਦੇ ਪਰਸਨਲ WhatsApp ਦੇ ਉੱਤੇ ਵੀ ਮੈਂ ਇਹਨਾਂ ਦੇ ਕਾਰਨਾਮੇ ਭੇਜ ਚੁੱਕਿਆ, ਪਰ ਪਤਾ ਨਹੀਂ ਕਿਉਂ ਸਰਕਾਰ ਸੁੱਤੀ ਪਈ ਹੈ ਜਾਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਮੇਰੀ ਕਿਉਂ ਨਹੀਂ ਮਦਦ ਕੀਤੀ ਜਾ ਰਹੀ ਜਾਂ ਲੈਂਡ ਗ੍ਰੈਬਰ ਇੰਨੇ ਉੱਚੇ ਹੈਗੇ ਨੇ ਕਿ ਇਹਨਾਂ ਦੇ ਉੱਤੇ ਕਿਉਂ ਨਹੀਂ ਹੱਥ ਪਾਇਆ ਜਾ ਰਿਹਾ। ਕਦੇ ਇੰਨੇ ਸਾਲਾਂ 'ਚ ਮਹਿਸੂਸ ਹੋਇਆ, ਜਜ਼ਬਾਤੀ ਹੋਏ ਹੋ ਕਿ ਇੰਨਾ ਸਮਾਂ ਇਸ ਜ਼ਿੰਦਗੀ ਦਾ 15 ਸਾਲ ਇਸ ਲੜਾਈ ਨੂੰ ਲੜਦਿਆਂ ਤੁਸੀਂ ਗਲਤ? ਮੈਂ ਆਪਣੀ ਲੜਾਈ ਇਸ ਲਈ ਜਾਰੀ ਰੱਖਾਂਗਾ ਕਿਉਂਕਿ ਕਿਸੇ ਹੋਰ ਨਾਲ ਇਦਾਂ ਦੇ ਕਲੇਸ਼ ਇਹਨਾਂ ਦਾ ਜਿਹੜਾ ਪਿਆ ਹੋਇਆ ਇਹ ਬੇਈਮਾਨੀ ਹੋਰ ਨਾ ਕਰ ਸਕਣ। ਲੇਕਿਨ ਇਹਨਾਂ ਦੀ ਬੇਈਮਾਨੀ ਹੁਣ ਅੱਜ ਤੱਕ ਵੀ ਜਾਰੀ ਹੈ, ਲੇਕਿਨ ਇਹਨਾਂ ਨੂੰ ਕੋਈ ਕੁਝ ਹੱਥ ਨਹੀਂ ਪਾ ਰਿਹਾ। ਔਰ ਬਹੁਤ ਮੈਂ ਬਠਿੰਡੇ ਦੇ ਚੱਕਰ ਲਗਾ ਕੇ ਥੱਕ ਗਿਆ, ਪ੍ਰਸ਼ਾਸਨ ਦੇ ਚੱਕਰ ਲਗਾ ਕੇ ਥੱਕ ਗਿਆ, SSP ਸਾਹਿਬ ਨੂੰ ਮਿਲ ਕੇ ਥੱਕ ਗਿਆ, IG ਸਾਹਿਬ ਨੂੰ ਮਿਲ ਕੇ ਥੱਕ ਗਿਆ, ਜੋ ਨੂੰ ਮਿਲਿਆ, ਮਨਪ੍ਰੀਤ ਬਾਦਲ ਨੂੰ ਮਿਲਿਆ, ਪਰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਹਾਲੇ ਤੱਕ ਅਸੀਂ ਭੱਜ ਰਹੇ ਹਾਂ, ਧੱਕੇ ਖਾ ਰਹੇ ਹਾਂ, ਕੋਈ ਇਨਸਾਫ ਨਹੀਂ। ਉਮੀਦ ਹੈਗੀ ਤੁਹਾਨੂੰ ਇਨਸਾਫ ਮਿਲੂਗਾ? ਮੈਨੂੰ ਹੁਣ ਮੀਡੀਆ ਰਾਹੀਂ ਬੜੀ ਉਮੀਦ ਹੈ। ਮੈਂ ਮੀਡੀਆ ਰਾਹੀਂ ਫਿਰ ਦਿਨਕਰ ਗੁਪਤਾ ਸਾਹਿਬ ਤੁਹਾਨੂੰ ਵੀ ਅਪੀਲ ਕਰਦਾ, ਕੈਪਟਨ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ, ਮਨਪ੍ਰੀਤ ਜੀ ਤੁਹਾਡਾ ਇਲਾਕਾ ਹੈਗਾ, ਤੁਸੀਂ ਆਪਣੇ ਇਲਾਕੇ ਦੇ ਸੁਧਾਰ ਕਰੋ, ਲੈਂਡ ਗ੍ਰੈਬਰ ਜਿਹਨੂੰ ਹੱਥ ਨੱਥ ਪਾਓ। ਤੁਸੀਂ ਕੈਪਟਨ ਸਾਹਿਬ ਗੈਂਗਸਟਰਾਂ ਨੂੰ ਫੜਿਆ, ਲੈਂਡ ਗ੍ਰੈਬਰਾਂ ਨੂੰ ਵੀ ਥੋੜ੍ਹਾ ਇਹਨੂੰ ਫੜ ਲਓ ਤਾਂ ਸਾਰਾ ਪੰਜਾਬ ਸੁਖੀ ਹੋ ਜਾਏਗਾ। ਬਹੁਤ ਵੱਡੀ ਬੇਈਮਾਨੀ ਕਰ ਰਹੇ ਨੇ, ਇਹਨਾਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਇਹਦੀ ਵੀ ਇਨਕੁਆਇਰੀ ਕੀਤੀ ਜਾਵੇ। ਜਿਹੜੀ ਇਹ ਜਗ੍ਹਾ ਤੁਸੀਂ ਦੱਸ ਰਹੇ ਹੋ, ਇਸ ਜਗ੍ਹਾ ਦੀ ਇੰਤਕਾਲ ਤੇ ਰਜਿਸਟਰੀਆਂ ਉਹ ਹੈਗੀਆਂ ਤੁਹਾਡੇ ਕੋਲੇ? ਇੰਤਕਾਲ ਕਿਹਦੇ ਨਾਂ ਤੇ ਨੇ ਇਹਦੇ? ਮੇਰੇ ਕੋਲ ਆ ਰਜਿਸਟਰੀ ਹੈ ਜੀ, ਇੰਤਕਾਲ ਵੀ ਇਹਦੇ ਪੂਰੇ ਨਾਂ ਤੇ ਹੈ। ਪੂਰਾ ਕੋਈ ਵੀ ਸਬੂਤ ਮੇਰਾ ਅਗਰ ਝੂਠਾ ਨਿਕਲੇ ਤਾਂ ਮੈਂ ਦੇਣਦਾਰ ਹਾਂ। ਇੰਤਕਾਲ ਦੀ ਕਾਪੀਆਂ ਕੋਲ ਨੇ, ਰਜਿਸਟਰੀਆਂ ਦੀ ਕਾਪੀਆਂ ਕੋਲ ਹੋਣ ਦੇ ਬਾਵਜੂਦ ਵੀ ਮੇਰੀ ਪ੍ਰਸ਼ਾਸਨ ਨਹੀਂ ਸੁਣ ਰਿਹਾ। ਮੈਂ SSP ਸਾਹਿਬ ਨੂੰ ਵੀ ਬੜੀ ਵਾਰ ਬੇਨਤੀ ਕਰ ਚੁੱਕਿਆ ਔਰ ਮੀਡੀਆ ਰਾਹੀਂ ਇਹਨਾਂ ਨੂੰ WhatsApp ਤੇ ਵੀ ਇਹਨਾਂ ਦੇ ਭੇਜ ਚੁੱਕਿਆ, ਪਰ ਕਿਸੇ ਪ੍ਰਸ਼ਾਸਨ ਅਧਿਕਾਰੀ ਨੇ ਮੈਨੂੰ ਨਹੀਂ ਬੁਲਾਇਆ। ਤੁਹਾਡਾ ਇਹ ਫੈਸਲਾ ਫਿਰ ਜਦੋਂ ਤੁਸੀਂ ਕਹਿ ਰਹੇ ਹੋ ਦੂਜੀ ਵਾਰ ਤੁਹਾਡਾ ਫੈਸਲਾ ਹੋਇਆ, ਪਹਿਲੀ ਵਾਰੀ ਹੋਇਆ ਫਿਰ ਦੂਜੀ ਵਾਰ ਫਿਰ ਤੁਸੀਂ ਬੈਠੇ, ਉਦੋਂ ਹੋਇਆ ਕੀ ਸੀ ਗੱਲ? ਉਦੋਂ ਨਿਬੜੀ ਕੀ ਸੀ ਤੁਹਾਡੀ? ਨਿਬੜੀ ਇਹ ਸੀ ਕਿ ਮੇਰੀ ਜਗ੍ਹਾ ਦੀ ਮੈਨੂੰ ਇਹ ਰਜਿਸਟਰੀ ਕਰਾ ਕੇ ਦੇਣਗੇ ਤੇ ਕੁਝ ਜਿਹੜੀ ਵੇਚ ਗਏ ਨੇ ਉਹਦਾ ਮੈਨੂੰ ਇਹਨਾਂ ਨੇ ਚੈੱਕ ਦਿੱਤਾ। ਚੈੱਕ ਇਹਨਾਂ ਦਾ ਬਾਉਂਸ ਹੋ ਗਿਆ ਔਰ ਇਹ ਪੁਲਿਸ ਬੁਲਾਉਂਦੀ ਹੈ, ਜਾਂਦੇ ਨਹੀਂ ਔਰ ਬਿਲਕੁਲ ਮੈਨੂੰ ਇਹਨਾਂ ਤੋਂ ਇਨਸਾਫ ਨਹੀਂ ਮਿਲ ਰਿਹਾ। ਤੁਹਾਨੂੰ ਕਾਲੜਾ ਸਾਹਿਬ ਇਹ ਸ਼ੋਰਟੀ ਹੈਗੀ ਹੈ ਕਿ ਇਹਨਾਂ ਦੇ ਪਿੱਛੇ ਪੋਲੀਟੀਕਲ ਲੋਕ ਨੇ? 101% ਪੋਲੀਟੀਕਲ ਲੋਕ ਹੈਗੇ ਨੇ, ਜਿਸ ਕਰਕੇ ਇਹਨਾਂ ਨੂੰ ਪ੍ਰਸ਼ਾਸਨ ਬੁਲਾ ਨਹੀਂ ਰਿਹਾ। ਮੈਂ ਪ੍ਰਸ਼ਾਸਨ ਨੂੰ ਬੜੀ ਵਾਰ ਬੇਨਤੀ ਕੀਤੀ, ਬੜੀ ਵਾਰ SSP ਸਾਹਿਬ ਨੂੰ ਮਿਲਿਆ, ਪਰ ਕਿਹੜੀ ਸ਼ਕਤੀ ਹੈ, ਕੌਣ ਇਹਨਾਂ ਦੇ ਪਿੱਛੇ ਹੈ ਜਿਹੜਾ ਇਸ ਕਰਕੇ ਇਹਨਾਂ ਨੂੰ ਬੁਲਾਇਆ ਨਹੀਂ ਜਾ ਰਿਹਾ। ਪਰ ਜਦੋਂ ਤੁਸੀਂ ਜਗ੍ਹਾ ਖਰੀਦੀ ਸੀ ਉਦੋਂ ਅਕਾਲੀ ਸਰਕਾਰ ਸੀਗੀ, ਫਿਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਹੈ, ਹੁਣ 10 ਸਾਲ ਅਕਾਲੀ ਦਲ ਰਿਹਾ ਹੈ, ਤਾਂ ਸਰਕਾਰ ਵੀ ਤਾਂ ਬਦਲੀ ਹੈ। ਇਹੋ ਜਿਹੇ ਲੈਂਡ ਗ੍ਰੈਬਰ ਹੈਗੇ ਨੇ ਜੀ, ਇਹਨਾਂ ਦੀ ਅਕਾਲੀ ਦੇ ਵੇਲੇ ਵੀ ਪੂਰੀ ਚਲਤ ਸੀਗੀ, ਹੁਣ ਕਾਂਗਰਸ ਦੇ ਵਿੱਚ ਵੀ ਪੂਰੀ ਚਲਤ ਹੈ। ਬੜੇ ਮੋਟੇ ਕਾਰਨਾਮੇ ਕਰ ਰਹੇ ਨੇ, 70 80 ਲੱਖ ਰੁਪਏ ਦੀ ਰਿਸ਼ਵਤਾਂ ਦੇ ਰਹੇ ਨੇ, ਤੇ ਕੋਈ ਤਾਂ ਚੱਕਰ ਹੈਗਾ ਜਿਹਦੇ ਪਿੱਛੇ ਇਹਦੇ ਹੈਗੇ ਨੇ। 70-80 ਲੱਖ ਦੀ ਰਿਸ਼ਵਤ ਕਿਹਨੂੰ ਦਿੱਤੀ ਹੈ? ਇਹ ਮੈਂ ਆਉਣ ਤੇ ਖੁਲਾਸਾ ਕਰਾਂਗਾ, ਤੁਹਾਨੂੰ ਮੌਕੇ ਤੇ ਖੁਲਾਸਾ ਕਰਾਂਗਾ। ਮੈਂ ਇਸ ਟਾਈਮ ਖੁਲਾਸਾ ਨਹੀਂ ਕਰ ਸਕਦਾ। ਕਿਸੇ ਪੋਲੀਟੀਕਲ ਲੀਡਰ ਨੂੰ? ਬਿਲਕੁਲ ਜੀ। ਬਠਿੰਡੇ ਦੇ ਮੌਜੂਦਾ ਨੇ, ਕਾਂਗਰਸੀ ਨੇ ਉਹ? ਮੈਂ ਇਹਦਾ ਖੁਲਾਸਾ ਤੁਹਾਨੂੰ ਕਿਸੇ ਟਾਈਮ ਫਿਰ ਦੱਸਾਂਗਾ ਜੀ, ਜਦੋਂ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਇਹ ਖੁਲਾਸੇ ਕਰਾਂਗਾ। ਪਰ ਹੁਣ ਤੁਹਾਨੂੰ ਕੀ ਲੱਗਦਾ, ਤੁਹਾਡੀ ਤੁਸੀਂ ਕੈਪਟਨ ਸਾਹਿਬ ਤੱਕ ਅਪੀਲ ਕਰ ਚੁੱਕੇ, ਇਸ ਤੋਂ ਬਾਅਦ ਤਾਂ ਕੁਝ ਰਹਿ ਨਹੀਂ ਜਾਂਦਾ, ਤਾਂ ਤੁਹਾਨੂੰ ਕੀ ਲੱਗਦਾ ਕਿ ਤੁਸੀਂ 15 ਸਾਲ ਲੜਾਈ ਲੜੀ ਹੈ, ਇਹ ਲੜਾਈ ਲੰਬੀ ਜਾਊਗੀ ਤੁਹਾਡੀ? ਮੈਂ ਇਹਨਾਂ ਨੂੰ ਬਿਲਕੁਲ ਨਹੀਂ ਛੱਡਾਂਗਾ, ਜਿੰਨੇ ਤੱਕ ਮੇਰੇ ਅੰਦਰ ਸਾਹ ਹੈਗੇ ਨੇ। ਮੈਂ ਲੈਂਡ ਗ੍ਰਾਮਾਂ ਦਾ ਪਰਦਾ ਫੋਸ਼ ਕਰਕੇ ਕੈਪਟਨ ਸਾਹਿਬ ਤੁਹਾਨੂੰ ਦੇ ਰਿਹਾ, ਮਨਪ੍ਰੀਤ ਬਾਦਲ ਜੀ ਤੁਹਾਨੂੰ ਦੇ ਰਿਹਾ, ਦਿਨਕਰ ਗੁਪਤਾ ਜੀ DGP ਸਾਹਿਬ ਤੁਹਾਨੂੰ ਦੇ ਰਿਹਾ। ਅਗਰ ਇਸ ਦੇ ਬਾਵਜੂਦ ਤੁਸੀਂ ਮੇਰੇ ਕਹਿਣ ਦੇ ਬਾਵਜੂਦ ਇਹਨਾਂ ਨੂੰ ਨਹੀਂ ਫੜਦੇ ਤਾਂ ਇਹਦਾ ਮਤਲਬ ਮੇਰੇ ਕੋਈ ਵਸ ਨਹੀਂ ਹੈਗਾ। ਮੈਂ ਤਾਂ ਤੁਹਾਨੂੰ ਫੜ ਕੇ ਬੰਦੇ ਦੇ ਰਿਹਾ, ਨਾ ਲੈ ਕੇ ਬੰਦੇ ਦੇ ਰਿਹਾ, ਜੇ ਫਿਰ ਵੀ ਨਹੀਂ ਫੜਿਆ ਜਾਂਦਾ ਤਾਂ ਇਹਦੇ ਮੇਰਾ ਕੀ ਕਸੂਰ ਹੈ ਦੱਸੋ? ਫੈਮਿਲੀ ਦੇ ਤੌਰ ਤੇ ਕਦੇ ਪਰੇਸ਼ਾਨ ਹੋਏ ਹੋ, ਕਦੇ ਆਪਸ 'ਚ ਬਹਿੰਦੇ ਹੋ, ਕਦੇ ਲੱਗਿਆ ਕਿ ਜ਼ਿੰਦਗੀ ਦਾ ਇੰਨਾ ਸਮਾਂ ਇਸ ਲੜਾਈ ਦੇ ਵਿੱਚ ਕੱਢਤਾ, ਬੱਚਿਆਂ ਨੇ ਕਦੇ ਡਿਸਕਸ ਕੀਤਾ ਕਿ ਇਹ ਅਸੀਂ ਡਿਜ਼ਰਵ ਨਹੀਂ ਕਰਦੇ ਸੀਗੇ, ਤੁਹਾਨੂੰ ਇਹ ਕਦੇ ਮਹਿਸੂਸ ਹੋਇਆ ਪਰਸਨਲੀ? ਮੇਰੀ ਬੇਟੀ ਵਕੀਲ ਹੈਗੀ ਜੀ, ਮੇਰੀ ਬੇਟੀ ਜੁਡੀਸ਼ਰੀ ਦਾ
ਕੋਰਸ ਕਰ ਰਹੀ ਹੈ, ਜੱਜ ਬਣਨ ਦੀ ਤਿਆਰੀ ਕਰ ਰਹੀ ਹੈ। ਬੜੀ ਦੁਖੀ ਹੁੰਦੇ ਆ ਵੀ ਇਸ ਪੰਜਾਬ ਦੇ ਵਿੱਚ ਸੋਨੇ ਵਰਗਾ ਪੰਜਾਬ ਸੀ ਤੇ ਸਾਨੂੰ ਨਿਆਂ ਨਹੀਂ ਮਿਲ ਰਿਹਾ। ਬਿਲਕੁਲ ਸੱਚੇ ਸੁੱਚੇ ਹੋਣ ਦੇ ਬਾਵਜੂਦ ਸਾਡੇ ਕੋਲ ਰਜਿਸਟਰੀਆਂ ਇੰਤਕਾਲ ਦੇ ਹੁੰਦੇ ਹੋਏ ਵੀ ਇੱਕ ਇਹ ਦਲਾਲ ਲੈਂਡ ਗ੍ਰੈਬਰ ਸਾਡੀ ਨਾਲ ਬੇਈਮਾਨੀ ਕਰਕੇ ਬੈਠੇ ਨੇ। ਜਿਹੜਾ ਮੈਨੂੰ ਆਪਣੇ ਗੋਲਡਨ ਪੀਰੀਅਡ ਆਪਣੇ ਬੱਚਿਆਂ ਨਾਲ ਰਹਿਣਾ ਚਾਹੀਦਾ ਸੀਗਾ, ਮੈਂ ਇਹਨਾਂ ਦੇ ਕੇਸਾਂ ਦੇ ਵਿੱਚ ਗਵਾ ਰਿਹਾ ਆਪਣਾ। ਔਰ ਮੈਂ ਬੇਨਤੀ ਕਰਦਾ ਇਹਨਾਂ ਨੂੰ ਕਿ ਮੇਰਾ ਜਿਹੜਾ ਗੋਲਡਨ ਪੀਰੀਅਡ ਖਰਾਬ ਹੋਇਆ ਉਸ ਨੂੰ ਵਾਪਸ ਤਾਂ ਨਹੀਂ ਲਿਆ ਕੇ ਪਰ ਇਹ ਫਸੇ ਕਿਵੇਂ ਤੁਸੀਂ ਜੇ ਇਹ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਇਹ ਲੈਂਡ ਮਾਫੀਆ ਨੇ ਕਈਆਂ ਨਾਲ ਠੱਗੀ ਮਾਰੀ ਹੈ, ਤੁਸੀਂ ਕਿਵੇਂ ਫਸ ਗਏ? ਮੇਰੀ ਜੀ ਬਦਕਿਸਮਤੀ ਕਹਿ ਸਕਦੇ ਹੋ ਕਿ ਕਈ ਵਾਰ ਬਦਕਿਸਮਤੀ ਐਸੀ ਹੁੰਦੀ ਹੈ। ਮੈਂ ਇਹਨਾਂ ਨਾਲ ਪਾਰਟਨਰਸ਼ਿਪ ਕਰ ਬੈਠਾ, ਮੈਨੂੰ ਨਹੀਂ ਸੀ ਪਤਾ ਜਦੋਂ ਮੈਂ ਲਿਖ ਪੜ੍ਹ ਕਰਕੇ ਮੈਂ ਬਾਹਰ ਗਿਆ ਵੀ ਮੈਂ ਇਹਨਾਂ ਨਾਲ ਪਾਰਟਨਰਸ਼ਿਪ ਕੀਤੀ ਹੈ ਤਾਂ ਮੈਨੂੰ ਲੋਕਾਂ ਨੇ ਕਿਹਾ ਵੀ ਤੂੰ ਫਸ ਗਿਆ। ਮੈਂ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ, ਇਹਨਾਂ ਨੇ ਨਿਕਲਣ ਨਹੀਂ ਦਿੱਤਾ। ਮੈਂ ਫਿਰ ਬੇਨਤੀ ਕਰਦਾ ਕਿ ਜਿੰਨੇ ਗੈਂਗਸਟਰ ਤੁਸੀਂ ਫੜੇ ਨੇ, ਅਗਰ ਕੈਪਟਨ ਸਾਹਿਬ, ਦਿਨਕਰ ਗੁਪਤਾ ਸਾਹਿਬ, ਮਨਪ੍ਰੀਤ ਬਾਦਲ ਸਾਹਿਬ, ਤੁਸੀਂ ਅਗਰ ਇਹ ਬਲਾਤਕਾਰੀ ਔਰ ਲੈਂਡ ਗ੍ਰੈਬਰ ਤੁਹਾਨੂੰ ਮੈਂ ਨਾਂ ਲਿਖ ਕੇ ਦੇ ਰਿਹਾ, ਸਬੂਤ ਦੇ ਰਿਹਾ, ਜੇ ਫਿਰ ਵੀ ਨਹੀਂ ਫੜੇ ਜਾਂਦੇ ਤਾਂ ਬੜੀ ਬਦਕਿਸਮਤੀ ਹੋਏਗੀ ਸਾਡੇ ਪੰਜਾਬ ਦੀ। ਮੈਂ ਜਦੋਂ ਮੀਡੀਆ ਨੂੰ ਇਹ ਚੀਜ਼ਾਂ ਦੱਸ ਰਿਹਾ ਸੀਗਾ, ਹਜ਼ਾਰਾਂ ਲੋਕਾਂ ਦੇ ਮੈਨੂੰ ਟੈਲੀਫੋਨ ਆਏ, ਹਜ਼ਾਰਾਂ ਲੋਕ ਪੁੱਛ ਰਹੇ ਨੇ ਤੈਨੂੰ ਇਨਸਾਫ ਮਿਲਿਆ ਕਿ ਨਹੀਂ ਮਿਲਿਆ। ਜਵਾਬ ਦੇਣਾ ਪਏਗਾ ਕੈਪਟਨ ਸਾਹਿਬ ਸਾਨੂੰ ਸਾਰਿਆਂ ਨੂੰ, ਸਾਡੀ ਪਬਲਿਕ ਨੂੰ, ਵੀ ਇਹਨਾਂ ਨੂੰ ਇਨਸਾਫ ਸਾਨੂੰ ਕਿਉਂ ਨਹੀਂ ਮਿਲ ਰਿਹਾ। ਜਦੋਂ ਮੈਂ ਨਾਂ ਲੈ ਕੇ ਸਬੂਤਾਂ ਸਮੇਤ ਦੱਸ ਰਿਹਾ, ਮੈਨੂੰ ਕਿਉਂ ਨਹੀਂ ਪ੍ਰਸ਼ਾਸਨ ਬੁਲਾ ਰਿਹਾ, ਕਿਉਂ ਨਹੀਂ ਹਿਸਾਬ ਦਿੱਤਾ। ਇਹਨਾਂ ਦਾ ਮੋਡਸ ਆਪਰੈਂਡੀ ਕੀ ਹੁੰਦਾ? ਫਸਾਉਂਦੇ ਕਿਵੇਂ ਆ ਇਹ ਬੰਦੇ ਨੂੰ? ਕਿਵੇਂ ਇਹ ਜਿਹੜਾ ਇਹ ਲੈਂਡ ਮਾਫੀਆ ਕੰਮ ਕਿਵੇਂ ਕਰਦਾ ਇਹ ਜੀ ਤੁਸੀਂ ਅਗਰ ਇਹਦਾ ਸਬੂਤ ਜਿੰਦਾ ਦੇਖਣਾ ਹੈ, ਮੈਂ ਤੁਹਾਨੂੰ 20-25 ਨੰਬਰ ਟੈਲੀਫੋਨ ਦੇ ਦੇਣਾ ਜਿਨ੍ਹਾਂ ਨੂੰ ਅਸ਼ੋਕ ਕੁਮਾਰ ਨੇ ਫਸਾ ਕੇ ਤੇ ਇਹਨਾਂ ਦੀ ਲੈਂਡ ਗ੍ਰੈਬਿੰਗ ਕੀਤੀ ਹੋਈ ਹੈ। ਇਹਦੇ ਵਿੱਚ NRI ਵੀ ਹੈਗੇ ਨੇ, ਇਹਦੇ ਵਿੱਚ ਆਰਮੀ ਆਫੀਸਰ ਵੀ ਹੈਗੇ ਨੇ। ਮੈਂ ਨਾਂ ਲੈ ਕੇ ਵੀ ਕਹਿਣਾ, ਇੱਕ ਕਰਨਲ ਮਾਨ ਹੈਗੇ, ਕਰੋੜਾਂ ਰੁਪਏ ਦੀ ਉਹਨਾਂ ਨਾਲ ਠੱਗੀ ਮਾਰੀ ਹੋਈ ਹੈ। ਉਹਨਾਂ ਨੂੰ ਚੈੱਕ ਵੀ ਦਿੱਤੇ, ਉਹਨਾਂ ਦੇ ਚੈੱਕ ਵੀ ਬਾਉਂਸ ਹੋਏ। ਬੜੇ ਹੈਗੇ ਜਿਨ੍ਹਾਂ ਦੇ ਕੋਲ ਮੇਰੇ ਕੋਲ ਸਬੂਤ ਹੈਗੇ ਨੇ। ਮੈਂ ਸਾਰੇ ਸਬੂਤਾਂ ਸਮੇਤ ਤੁਹਾਨੂੰ ਮੈਂ ਦੇ ਸਕਦਾ। ਪੁਲਿਸ ਅਫਸਰਾਂ ਕੋਲੇ ਗਏ ਹੋ ਤੁਸੀਂ? ਪੁਲਿਸ ਅਫਸਰਾਂ ਨੂੰ ਜਾ ਕੇ, ਜਦੋਂ ਚਾਹੇ ਬਠਿੰਡਾ ਦੇ SSP ਕੋਈ ਰਹੇ ਹੋਣ, IG ਇੰਨੇ 15 ਸਾਲਾਂ ਦੇ ਵਿੱਚ ਬਦਲਦੇ ਰਹੇ ਹੈ, ਉਹਨਾਂ ਨਾਲ ਤੁਸੀਂ ਜਾ ਕੇ ਮਿਲਦੇ ਰਹੇ ਹੋ? ਮੈਂ ਸਾਰਿਆਂ ਨੂੰ ਸਬੂਤ ਵੀ ਦਿੱਤੇ ਨੇ, ਸਾਰਿਆਂ ਨੂੰ, ਪਰ ਪਤਾ ਨਹੀਂ ਉਹਨਾਂ ਦੀ ਕਿਹੜੀ ਮਜਬੂਰੀ ਹੈ, ਉਹ ਮੇਰੀ ਮਦਦ ਕਰਦੇ ਹੋਏ ਵੀ ਨਹੀਂ ਕਰ ਰਹੇ। ਬਿਕੋਜ਼ ਤੁਹਾਨੂੰ ਪਤਾ ਅੱਜ ਕੱਲ੍ਹ ਪੋਲੀਟੀਕਲ ਦਾ ਰਾਜ ਹੈ, ਪੋਲੀਟਿਕਸ ਹੁਕਮ ਕਰੇਗੀ ਤਾਂ ਕੰਮ ਹੋਏਗਾ। ਪੁਲਿਸ ਅਫਸਰ ਬਿਨਾਂ ਪੋਲਿਟਿਕਸ ਦੇ ਹੁਣ ਵੀ ਨਹੀਂ ਕੋਈ ਹੁਣ ਵੀ ਨਹੀਂ ਹੋ ਰਿਹਾ। ਮੌਜੂਦਾ SSP ਹੋਣ, IG ਹੋਣ, ਹੁਣ ਵੀ ਨਹੀਂ ਸੁਣ ਰਹੇ। ਮੈਂ ਮੌਜੂਦਾ SSP ਸਾਹਿਬ ਨੂੰ ਚਿੱਠੀ ਵੀ ਲਿਖ ਕੇ ਭੇਜੀ WhatsApp ਤੇ ਵੀ SSP ਸਾਹਿਬ ਕੀ ਮਜਬੂਰੀ ਹੈ, ਮੇਰੇ ਕੋਲ ਕੋਈ ਕਾਗਜ਼ਾਂ ਦੀ ਕਮੀ ਨਹੀਂ ਹੈ। IG ਸਾਹਿਬ ਨੂੰ ਮੈਂ ਸਾਰੇ ਕਾਗਜ਼ ਭੇਜ ਰਿਹਾ, ਮੀਡੀਆ ਦੀ ਰਿਪੋਰਟਾਂ ਭੇਜ ਰਿਹਾ, ਲੇਕਿਨ ਕਦੀ ਉਹਨਾਂ ਨੇ ਨਹੀਂ ਮੈਨੂੰ ਬੁਲਾਇਆ, ਕਦੀ ਮੈਨੂੰ ਇਨਸਾਫ ਦੇਣ ਦੀ ਗੱਲ ਨਹੀਂ ਕਹੀ। ਔਰ ਜਿਹੜਾ ਤੁਹਾਡਾ ਸਮਝੌਤਾ ਹੋਇਆ ਸੀ ਉਹ ਕਿਹਨੇ ਕਰਵਾਇਆ ਸੀ? ਮੇਰੀ ਮੋਤਬਰ ਬੰਦਿਆਂ ਨੇ ਜੀ ਫੈਸਲੇ ਕਰਾਏ ਦੋਨੋਂ ਵਾਰ ਇਹ ਮੁੱਕਰ ਗਏ ਨੇ। ਮੇਰੇ ਕੋਲ ਇਹਨਾਂ ਦੇ ਸਾਈਨ ਮੌਜੂਦ ਨੇ, ਮੇਰੇ ਕੋਲ ਇਹਨਾਂ ਦੇ ਗਵਾਹਾਂ ਦੇ ਸਾਈਨ ਮੌਜੂਦ ਨੇ। ਦੋਨੋਂ ਵਾਰੀ ਮੁੱਕਰ ਗਏ ਨੇ, ਲੇਕਿਨ ਇਹਨਾਂ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਸਮਝੌਤੇ ਤੋਂ ਬਾਅਦ ਵੀ। ਮੈਂ ਫਿਰ ਵੀ ਮਨਪ੍ਰੀਤ ਬਾਦਲ ਜੀ, ਮੈਂ ਤੁਹਾਨੂੰ ਬੜੀ ਵਾਰ ਮਿਲ ਚੁੱਕਿਆ। ਮੇਰੇ ਇਮੋਸ਼ਨਸ ਦੇਖੋ, 15 ਸਾਲ ਤੋਂ ਮੈਂ ਲੜਾਈ ਲੜ ਰਿਹਾ। ਮੇਰੇ ਬੱਚਿਆਂ ਦਾ ਫਿਊਚਰ ਦੇਖੋ, ਜਿਹੜੇ ਵਿਚਾਰੇ ਮਾਂ-ਪਿਓ ਦਾ ਗੋਲਡਨ ਪੀਰੀਅਡ ਦਾ ਸਾਥ ਚਾਹੁੰਦੇ ਨੇ। ਮੈਂ ਸਾਥ ਦੇਣ ਦੀ ਬਜਾਏ ਮੈਂ ਧੱਕੇ ਖਾ ਰਿਹਾ, ਕਦੀ ਬਠਿੰਡੇ ਆ ਰਿਹਾ, ਕਦੀ ਚੰਡੀਗੜ੍ਹ ਆ ਰਿਹਾ, ਮੈਨੂੰ ਇਨਸਾਫ ਨਹੀਂ ਮਿਲ ਰਿਹਾ। ਕਿਹੜੀ ਮਜਬੂਰੀ ਹੈ ਤੁਹਾਡੀ? ਤੁਸੀਂ ਕਿਉਂ ਨਹੀਂ ਮੇਰੀ ਸੁਣਵਾਈ ਕਰਕੇ ਪ੍ਰਸ਼ਾਸਨ ਨੂੰ ਹੁਕਮ ਕਰਦੇ ਕਿ ਮੇਰਾ ਕੰਮ ਕੀਤਾ ਜਾਵੇ? ਮੈਂ ਜੋਹਲ ਸਾਹਿਬ, ਤੁਸੀਂ ਵੀ ਮੀਡੀਆ ਨੂੰ ਕਿਹਾ ਕਿ ਗਿਆਨ ਸਿੰਘ ਇਮਾਨਦਾਰ ਆਦਮੀ ਹੈ, ਅਸ਼ੋਕ ਠੱਗ ਹੈ, ਉਸ ਦੇ ਬਾਵਜੂਦ ਵੀ ਮੇਰੀ ਕਿਉਂ ਨਹੀਂ ਮਦਦ ਕੀਤੀ? ਕਿਹਾ ਉਹਨਾਂ ਨੇ? ਮੇਰੇ ਕੋਲ ਰਿਕਾਰਡਿੰਗ ਮੌਜੂਦ ਹੈ ਮੀਡੀਆ ਦੀ, ਜਿਨ੍ਹਾਂ ਦੇ ਵਿੱਚ ਜੋਹਲ ਸਾਹਿਬ ਨੇ ਕਿਹਾ ਗਿਆਨ ਸਿੰਘ ਇਮਾਨਦਾਰ ਆਦਮੀ ਹੈ, ਅਸ਼ੋਕ ਠੱਗ ਹੈਗਾ। ਉਸ ਦੇ ਬਾਵਜੂਦ ਵੀ ਕਿਹੜੀ ਮਜਬੂਰੀ ਹੈ ਜੋਹਲ ਸਾਹਿਬ, ਮਨਪ੍ਰੀਤ ਬਾਦਲ ਸਾਹਿਬ, ਕਿਹੜੀ ਮਜਬੂਰੀ ਹੈ? ਕਿਉਂ ਨਹੀਂ ਮੇਰਾ ਕੰਮ ਹੋ ਰਿਹਾ? ਕਿਉਂ ਪ੍ਰਸ਼ਾਸਨ ਮੇਰੀ ਮਦਦ ਨਹੀਂ ਕਰ ਰਿਹਾ? ਮੈਂ ਪ੍ਰਸ਼ਾਸਨ ਨੂੰ ਇੱਕ ਚੀਜ਼ ਭੇਜ ਚੁੱਕਿਆ, ਇੱਕ ਸਬੂਤ ਦਿਖਾ ਚੁੱਕਿਆ, ਇੱਕ ਕਾਗਜ਼ ਦੇ ਚੁੱਕਿਆ, ਇਹਨਾਂ ਨੂੰ WhatsApp ਦੇ ਉੱਤੇ ਕਰ ਚੁੱਕਿਆ, SSP ਸਾਹਿਬ ਨੂੰ ਵੀ, IG ਸਾਹਿਬ ਨੂੰ ਵੀ, ਦਿਨਕਰ ਗੁਪਤਾ ਸਾਹਿਬ ਨੂੰ ਵੀ। ਲੇਕਿਨ ਫਿਰ ਬਾਵਜੂਦ ਕੀ ਮਜਬੂਰੀ ਹੈ? ਕਿਹੜੀ ਸ਼ਕਤੀ ਇਹਨਾਂ ਨੂੰ ਰੋਕ ਰਹੀ ਹੈ ਵੀ ਮੇਰਾ ਕੰਮ ਨਹੀਂ ਹੋ ਰਿਹਾ? ਤਾਂ ਮੈਨੂੰ ਇਹ ਦੱਸੋ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਮਨਪ੍ਰੀਤ ਬਾਦਲ ਤੱਕ ਅਪਰੋਚ ਕੀਤੀ, ਉਹਨਾਂ ਦੇ ਰਿਸ਼ਤੇਦਾਰ ਨੇ, ਉਹ ਅੱਜ ਕੱਲ੍ਹ ਉੱਥੇ ਬਹੁਤ ਐਕਟਿਵ ਰਹਿੰਦੇ, ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ, ਉਹਨਾਂ ਤੱਕ ਅਪਰੋਚ ਕੀਤੀ, ਕੀ ਕਦੇ CM ਸਾਹਿਬ ਤੱਕ ਗੱਲ ਪਹੁੰਚੀ ਨਹੀਂ ਹੋਣੀ ਉਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ? ਜਾਂ ਉਹਨਾਂ ਦੀ ਨੌਲੇਜ 'ਚ ਹੋਊਗੀ ਔਰ ਉਹ ਵੀ ਕੁਝ ਨਹੀਂ ਕਰ ਪਾ ਰਹੇ? ਮੈਂ CM ਸਾਹਿਬ ਦੀ ਕੋਠੀ ਦੇ ਘੱਟੋ ਘੱਟ 15 ਚੱਕਰ ਮਾਰ ਚੁੱਕਿਆ।
ਉਹਨਾਂ ਦੇ ਓਐਸਡੀ ਐਮਪੀ ਸਿੰਘ ਉਹਨਾਂ ਨੂੰ ਵੀ ਮਿਲ ਚੁੱਕਿਆ, ਉਹਨਾਂ ਨੂੰ ਵੀ ਉਹਨਾਂ ਨੂੰ ਦੱਸੀ ਸਾਰੀ ਗੱਲ ਦੱਸੀ ਹੈ। ਸਾਰੇ ਮੈਨੂੰ ਇਨਸਾਫ ਦੇਣਾ ਚਾਹੁੰਦੇ ਨੇ, ਪਰ ਪਤਾ ਨਹੀਂ ਕਿਹੜਾ ਪੋਲੀਟੀਕਲ ਲੀਡਰ ਹੈ ਜਾਂ ਕੌਣ ਹੈਗਾ ਜਿਹੜਾ ਮੈਨੂੰ ਪ੍ਰਸ਼ਾਸਨ ਨੂੰ ਉਹਨੇ ਰੋਕਿਆ ਹੋਇਆ। ਇਸ ਤੋਂ ਬਾਅਦ ਕੌਣ ਹੋ ਸਕਦਾ ਪੰਜਾਬ 'ਚ? ਬਠਿੰਡੇ ਦੇ ਵਿਧਾਇਕ ਨਾਲ ਤੁਸੀਂ ਗੱਲ ਕਰ ਲਈ ਹੈ, ਮੰਤਰੀ ਵੀ ਨੇ ਪੰਜਾਬ ਦੇ, ਤੁਸੀਂ ਕਹਿ ਰਹੇ ਹੋ ਸੀਐਮ ਤੱਕ ਤੁਸੀਂ ਗੱਲ ਪਹੁੰਚਾਤੀ, ਇਸ ਤੋਂ ਉੱਤੇ ਤਾਂ ਫਿਰ ਰਾਹੁਲ ਗਾਂਧੀ, ਸੋਨੀਆ ਗਾਂਧੀ ਰਹਿ ਜਾਂਦੇ ਆ। ਪਤਾ ਨਹੀਂ ਸੀਐਮ ਸਾਹਿਬ ਤੱਕ ਮੇਰੀ ਗੱਲ ਪਹੁੰਚੀ ਕਿ ਨਹੀਂ ਪਹੁੰਚੀ, ਪਰ ਮੈਂ ਮੀਡੀਆ ਰਾਹੀਂ 2-3 ਵਾਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਕੈਪਟਨ ਸਾਹਿਬ ਬੜੇ ਦੂਰਅੰਦੇਸ਼ੀ ਹੈਗੇ ਨੇ। ਅਗਰ ਛੋਟੇ ਬੱਚਿਆਂ ਨੂੰ ਉਹ ਦੇਖ ਲੈਂਦੇ ਨੇ ਮੀਡੀਆ ਦੇ ਰਾਹੀਂ, ਤਾਂ ਮੇਰਾ ਖਿਆਲ ਹੈ ਮੇਰੀ ਆਵਾਜ਼ ਵੀ ਜ਼ਰੂਰ ਦੇਖਣਗੇ। ਔਰ ਤੁਹਾਨੂੰ ਲੱਗਦਾ ਉਹਨਾਂ ਨੂੰ ਡਰ ਹੈਗਾ ਕਾਲੜਾ ਸਾਹਿਬ ਜਿਨ੍ਹਾਂ ਨਾਲ ਤੁਹਾਡਾ ਰੌਲਾ ਹੈ, ਉਹਨਾਂ ਨੂੰ ਇਸ ਗੱਲ ਦਾ ਖੌਫ ਹੈ ਕਿ ਗੱਲ ਹੁਣ ਇੰਨੀ ਵੱਧ ਗਈ ਹੈ, ਤੁਸੀਂ ਮੀਡੀਆ ਚੱਕ ਆਏ ਹੋ ਇੰਨੇ ਸਾਲ ਲੜਾਈ ਲੜਨ ਤੋਂ ਬਾਅਦ, ਉਹ ਇਸ ਗੱਲ ਦਾ ਖੌਫ ਮੰਨਦੇ ਹੋਣਗੇ? ਦੇਖੋ ਜੀ, ਇਹ ਲੈਂਡ ਗ੍ਰੈਬਰ ਬਹੁਤ ਚੋਟੀ ਦੇ ਲੈਂਡ ਗ੍ਰੈਬਰ ਹੈ। ਇਹਨਾਂ ਨੇ ਮੇਰੇ ਨਾਲ ਨਹੀਂ ਠੱਗੀ ਕੀਤੀ, ਮੇਰੇ ਇਹ ਕੇਸ ਤੋਂ ਬਾਅਦ 20-25 ਬੰਦਿਆਂ ਨਾਲ ਹੋਰ ਵੀ ਠੱਗੀ ਕਰ ਚੁੱਕੇ ਨੇ। ਪੁਲਿਸ ਨੇ ਕਿਸੇ ਦਾ ਵੀ ਕੇਸ ਰਜਿਸਟਰ ਨਹੀਂ ਕੀਤਾ। ਮੈਂ ਤੁਹਾਡੇ ਕੋਲ 20 ਕੇਸ ਮੀਡੀਆ ਦੇ ਸਾਹਮਣੇ ਰੱਖ ਸਕਦਾ। ਮੇਰੀ ਆਵਾਜ਼ ਜੋ ਕਹਿ ਰਿਹਾ, ਮੈਂ ਝੂਠ ਨਹੀਂ ਕਹਿ ਰਿਹਾ। ਮੈਂ 20 ਕੇਸ ਤੁਹਾਡੇ ਕੋਲ ਹੋਰ ਲਿਆ ਕੇ ਦੇਖ ਸਕਦਾ, ਲੇਕਿਨ ਉਹਨਾਂ ਦੀ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ। ਕਾਲੜਾ ਸਾਹਿਬ, ਤੁਸੀਂ ਅਦਾਲਤ ਦਾ ਰੁਖ ਨਹੀਂ ਕੀਤਾ, ਫਿਰ ਤੁਸੀਂ ਕੋਰਟ ਨਹੀਂ ਗਏ ਆਪਣੇ ਡਾਕੂਮੈਂਟਸ ਲੈ ਕੇ? ਮੈਨੂੰ ਕੋਰਟ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਮੈਨੂੰ ਪੁਲਿਸ ਬੁਲਾਉਂਦੀ ਰਹੀ, ਸਮਝੌਤੇ ਹੁੰਦੇ ਰਹੇ ਵਿੱਚ ਬੰਦੇ ਪੈ ਕੇ, ਲੇਕਿਨ ਸਮਝੌਤੇ ਹੋਣ ਦੇ ਬਾਵਜੂਦ ਇਹਨਾਂ ਮੈਨੂੰ ਲਾਰੇ ਲਾਏ ਰੱਖੇ, ਅੱਜ ਕਰਦੇ ਹਾਂ। ਮੈਨੂੰ ਅਦਾਲਤ ਜਾਣ ਦਾ ਮੌਕਾ ਨਹੀਂ ਮਿਲਿਆ। ਮੇਰੀ ਬੇਟੀ ਖੁਦ ਐਡਵੋਕੇਟ ਹੈਗੀ ਹੈ, ਜਿਹੜੀ ਜੁਡੀਸ਼ਰੀ ਦੀ ਤਿਆਰੀ ਕਰ ਰਹੀ ਹੈ, ਔਰ ਬੜੀ ਉਹਦੀ ਪੜ੍ਹਾਈ ਵੀ ਅਫੈਕਟਡ ਹੋਈ ਹੈ। ਜਦੋਂ ਬੱਚੇ ਮਾਂ-ਬਾਪ ਨੂੰ ਦੇਖਦੇ ਨੇ ਰੁਲਦੇ ਤੇ ਪ੍ਰਸ਼ਾਸਨ ਨੂੰ ਦੇਖਦੇ ਨੇ ਇਨਸਾਫ ਨਾ ਮਿਲਣਾ, ਬੱਚਿਆਂ ਦਾ ਪ੍ਰਸ਼ਾਸਨ ਦੇ ਵਿੱਚ, ਬੱਚਿਆਂ ਦਾ ਸਰਕਾਰ ਦੇ ਵਿੱਚ ਮੋਹ ਟੁੱਟਦਾ ਹੈ। ਐਸੇ ਲਈ ਮੈਂ ਇਹਨਾਂ ਨੂੰ 2000 ਗਜ਼ ਦੇ ਕਰੀਬ ਜਗ੍ਹਾ ਛੱਡਣੀ ਪਈ, ਤਾਂ ਕਿ ਜੋ ਵੀ ਮੈਨੂੰ ਫੈਸਲਾ ਕੀਤਾ, ਮਨਜ਼ੂਰ ਕੀਤਾ ਕਿ ਮੈਨੂੰ 2000 ਗਜ਼ ਜਗ੍ਹਾ, ਕਰੋੜ ਰੁਪਏ ਦੇ ਕਰੀਬ ਇਹਨਾਂ ਨੂੰ ਮੈਂ ਜਗ੍ਹਾ ਛੱਡ ਦਿੱਤੀ। ਤੇ ਫਿਰ ਉਸ ਦੇ ਬਾਵਜੂਦ ਵੀ ਇਹਨਾਂ ਨੇ ਮੈਨੂੰ ਕੁਛ ਨਹੀਂ ਮੇਰੇ ਪੱਲੇ ਪਾਇਆ, ਔਰ ਮੈਨੂੰ 2 ਵਾਰੀ ਫੈਸਲਾ ਕਰ ਲਿਆ ਤਾਂ ਮੈਨੂੰ ਲੋੜ ਹੀ ਨਹੀਂ ਪਈ ਜਾਣ ਦੀ। ਫਿਰ ਪੁਲਿਸ ਬੁਲਾਉਂਦੀ ਰਹੀ ਵੀ ਅੱਜ ਹੋ ਰਿਹਾ। ਮੈਨੂੰ 15 ਸਾਲ ਲਗਾਤਾਰ ਬੀਤ ਗਏ ਨੇ। ਜਿਹੜਾ ਚੈੱਕ ਦਿੱਤਾ ਹੈਗਾ ਬਾਉਂਸ ਹੋ ਗਿਆ, ਉਹ ਵੀ ਮੈਂ ਅਦਾਲਤ 'ਚ ਪਾਇਆ ਹੈਗਾ, ਲੇਕਿਨ ਇਸ ਦੇ ਬਾਵਜੂਦ ਵੀ ਇਹਨਾਂ ਨੇ ਮੈਨੂੰ ਇਨਸਾਫ ਨਹੀਂ ਦਿੱਤਾ, ਔਰ ਮੈਂ ਇਨਸਾਫ ਲਈ ਹਾਲੇ ਵੀ ਭਟਕ ਰਿਹਾ। ਤੁਹਾਨੂੰ ਲੱਗਦਾ ਹੈ ਕਿ ਜੇ ਇੰਨੇ ਸਾਲ ਪਹਿਲਾਂ, 15 ਸਾਲ ਪਹਿਲਾਂ ਤੁਸੀਂ ਕੋਰਟ ਚਲੇ ਜਾਂਦੇ ਔਰ ਸਿਆਸਤਦਾਨਾਂ ਦੇ ਸਿਰ ਤੇ ਨਾ ਰਹਿੰਦੇ, ਸ਼ਾਇਦ ਉੱਥੋਂ ਛੇਤੀ ਇਨਸਾਫ ਮਿਲ ਜਾਂਦਾ? ਮੈਂ ਜਾਂਦਾ ਤਾਂ ਮੈਨੂੰ ਇਨਸਾਫ ਮਿਲ ਜਾਣਾ ਸੀ। ਮੈਨੂੰ ਬਹੁਤ ਕੋਰਟ ਦੇ ਉੱਤੇ ਬਹੁਤ ਫੇਥ ਹੈ, ਆਪਣੇ ਕਾਨੂੰਨ ਵਿਵਸਥਾ ਤੇ ਬੜਾ ਫੇਥ ਹੈ, ਮੈਨੂੰ ਇਨਸਾਫ ਮਿਲ ਸਕਦਾ ਸੀ। ਸਿਆਸਤ ਦੇ ਵਿਕਟਿਮ ਹੋ ਤੁਸੀਂ? ਮੈਂ ਸਿਆਸਤ ਦੇ ਵਿਕਟਿਮ ਆ ਜੀ। ਮੇਰੇ ਤੇ ਸਿਆਸਤ ਹਾਵੀ ਰਹੀ ਹੈ। ਪੁਲਿਸ ਪ੍ਰਸ਼ਾਸਨ ਮੇਰੀ ਮਦਦ ਕਰਨਾ ਚਾਹੁੰਦਾ ਸੀ। ਤੁਹਾਨੂੰ ਲੱਗਦਾ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਸੀ ਕਿ ਸ਼ਾਇਦ ਹੁਣ ਬਦਲਿਆ ਨਿਜ਼ਾਮ ਤਾਂ ਸ਼ਾਇਦ ਤੁਹਾਡੀ ਹੁਣ ਸੁਣਵਾਈ ਹੋ ਜੂਗੀ? ਮੈਂ ਕੈਪਟਨ ਸਾਹਿਬ ਦੇ ਉੱਤੇ ਬਹੁਤ ਜ਼ਿਆਦਾ ਪ੍ਰਾਊਡ ਸੀਗਾ। ਕੈਪਟਨ ਸਾਹਿਬ ਸੱਚੇ ਸੁੱਚੇ ਫੌਜੀ ਸੀਗੇ। ਮੈਨੂੰ ਪਤਾ ਸੀਗਾ ਕਿ ਮੈਨੂੰ ਇਨਸਾਫ ਮਿਲ ਜਾਏਗਾ ਔਰ ਲੈਂਡ ਗ੍ਰੈਬਰਾਂ ਨੂੰ ਨੱਥ ਪਾਣਗੇ, ਲੇਕਿਨ ਪਤਾ ਨਹੀਂ ਕਿਹੜੀ ਮਜਬੂਰੀ ਹੈ ਲੀਡਰਾਂ ਦੀ। ਲੀਡਰਾਂ ਨੇ ਇਹਨਾਂ ਨੂੰ ਨੱਥ ਨਹੀਂ ਪਾਈ। ਇੱਕ ਗੈਂਗਸਟਰ ਜਿਵੇਂ ਫੜੇ ਆ, ਜੇ ਕਿਤੇ 150 ਲੈਂਡ ਗ੍ਰੈਬਰ ਵੀ ਫੜ ਲੈਂਦੇ ਤਾਂ ਬਹੁਤ ਵਧੀਆ ਹੋ ਜਾਣਾ ਸੀ। ਮੈਂ ਨਾਂ ਲੈ ਕੇ, ਮੈਂ ਤੁਹਾਨੂੰ ਬੰਦੇ ਫੜ ਕੇ, ਮੈਂ ਸਬੂਤਾਂ ਸਮੇਤ ਦੇ ਰਿਹਾ, ਕਿਉਂ ਨਹੀਂ ਪ੍ਰਸ਼ਾਸਨ ਫੜ ਰਿਹਾ? ਕਿਉਂ ਨਹੀਂ ਫੜ ਰਿਹਾ ਪ੍ਰਸ਼ਾਸਨ? ਗੈਂਗਸਟਰ ਤੁਸੀਂ ਫੜ ਲਏ ਨੇ, ਤੇ ਇਹ ਗੈਂਗਸਟਰਾਂ ਤੋਂ ਉੱਤੇ ਹੈਗੇ ਨੇ, ਜਿਹੜੇ ਕਿ ਇੱਕ ਰੇਪ ਕੇਸ ਦੇ ਬਲਾਤਕਾਰੀ ਹੈ ਬੰਦਾ, ਸ਼ਰੇਆਮ ਘੁੰਮ ਰਿਹਾ, ਉਸ ਨੂੰ ਫਿਰ ਉਹਨੂੰ ਰਾਜੀਨਾਮੇ ਉਹਦੇ ਨਾਲ ਕਰਾਏ ਜਾ ਰਹੇ ਨੇ। ਮੈਨੂੰ ਨਹੀਂ ਸਮਝ ਆਈ ਵੀ ਇਹ ਕਿਹੋ ਜਿਹੀ ਸਰਕਾਰ ਹੈ, ਕਿਹੋ ਜਿਹਾ ਇਹ ਕੰਮ ਹੋ ਰਿਹਾ। ਮੈਂ ਤਾਂ ਜਿਹੜੇ ਕਪਲੇ ਇਹਨਾਂ ਨੇ ਕੀਤੇ ਕਰੋੜਾਂ ਦੇ ਨੇ, ਕਈ ਕਰੋੜਾਂ ਦੇ ਕਪਲੇ ਨੇ। ਮੇਰੇ ਕੋਲ ਸਬੂਤ ਹੈਗੇ ਨੇ। ਮੈਂ 1% ਵੀ ਝੂਠ ਹੋਵਾਂ ਤਾਂ ਮੈਂ ਦੇਣਦਾਰ ਹਾਂ। ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਸੀਐਮ ਲੈਵਲ ਤੱਕ ਅਪਰੋਚ ਸਾਡੀ ਵੀ ਇਹ ਕੋਸ਼ਿਸ਼ ਹੈ ਕਿ ਮੁੱਖ ਮੰਤਰੀ ਸਾਹਿਬ ਇਹ ਦੇਖਣ ਔਰ ਇਸ ਮਾਮਲੇ ਦੇ ਵਿੱਚ ਤੁਹਾਨੂੰ ਇਨਸਾਫ ਮਿਲੇ ਔਰ ਬਾਕੀ ਜਿਹੜੇ ਲੋਕ ਹੈ ਘੱਟੋ ਘੱਟ ਉਹਨਾਂ ਨੂੰ ਇਨਸਾਫ ਮਿਲੇ। ਅਖੀਰ ਦੇ ਵਿੱਚ ਜਿਹੜਾ ਇਨਸਾਫ ਦੇ ਲਈ ਮੈਂ ਮੰਗ ਕਰਦਾ, ਮਨਪ੍ਰੀਤ ਜੀ ਬਾਦਲ, ਤੁਹਾਡਾ ਇਲਾਕਾ ਹੈ, ਤੁਹਾਨੂੰ ਮੇਰੇ ਕੇਸ ਦਾ ਪਤਾ ਹੈ, ਤੁਸੀਂ ਵੀ ਮੈਨੂੰ ਸੱਚਾ ਸੁੱਚਾ ਕਹਿੰਦੇ ਹੋ, ਤੁਹਾਡਾ ਸਾਲਾ ਸਾਹਿਬ ਜੋਲ ਵੀ ਮੈਨੂੰ ਸੱਚਾ ਸੁੱਚਾ ਕਹਿੰਦਾ ਹੈ। ਫਿਰ ਕਿਉਂ ਨਹੀਂ ਪ੍ਰਸ਼ਾਸਨ ਮੈਨੂੰ ਦੇ ਰਿਹਾ? ਕਿਹੜੀ ਮਜਬੂਰੀ ਹੈ ਪ੍ਰਸ਼ਾਸਨ ਦੀ? ਇਹਦੀ ਘੋਖ ਕੀਤੀ ਜਾਵੇ, ਮੈਨੂੰ ਇਨਸਾਫ ਦਿੱਤਾ ਜਾਵੇ। ਦੂਜਾ, ਮੈਂ ਗੁਪਤਾ ਸਾਹਿਬ, ਡੀਜੀਪੀ ਸਾਹਿਬ, ਤੁਹਾਨੂੰ ਬੇਨਤੀ ਕਰਾਂਗਾ, ਕੈਪਟਨ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਕਿ ਲੈਂਡ ਗ੍ਰੈਬਰਾਂ ਨੂੰ ਨੱਥ ਪਾਓ ਤੇ ਆਮ ਪਬਲਿਕ ਨੂੰ ਇਸ
ਇਨਸਾਫ ਮੰਗਦੀ ਹੈ, ਆਮ ਪਬਲਿਕ ਨੂੰ ਇਨਸਾਫ ਦਿਓ। ਹਜ਼ਾਰਾਂ ਲੋਕ ਮੇਰੇ ਨਾਲ ਜੁੜੇ ਨੇ ਜਿਹੜੇ ਮੇਰੇ ਕੋਲ ਪੁੱਛ ਰਹੇ ਨੇ ਮੀਡੀਆ ਤੋਂ ਜਾਣ ਤੋਂ ਬਾਅਦ ਕੈਪਟਨ ਸਾਹਿਬ ਨੇ ਤੇਰੀ ਸੁਣਵਾਈ ਕੀਤੀ, ਮਨਪ੍ਰੀਤ ਜੀ ਨੇ ਸੁਣਿਆ, ਡੀਜੀਪੀ ਸਾਹਿਬ ਨੇ ਸੁਣਿਆ, ਮੈਂ ਕੀ ਜਵਾਬ ਦੇਵਾਂ ਦੱਸੋ। ਮੈਨੂੰ ਕਿਰਪਾ ਕਰਕੇ ਮੇਰੇ ਇਸ ਰਾਹੀਂ ਜਵਾਬ ਦਿਓ, ਮੈਨੂੰ ਇਨਸਾਫ ਦਿਓ। ਮੇਰੀ ਲੜਾਈ ਲੜਦਾ ਰਹਾਂਗਾ ਭਾਵੇਂ ਜਿੰਨੇ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ। ਬਹੁਤ ਧੰਨਵਾਦ, ਤੁਸੀਂ ਆਏ ਔਰ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਇਨਸਾਫ ਮਿਲੇ ਔਰ ਜਦੋਂ ਤੱਕ ਇਨਸਾਫ ਨਹੀਂ ਆ ਉਦੋਂ ਤੱਕ ਅਸੀਂ ਇਹ ਲੜਾਈ ਤੁਹਾਡੇ ਨਾਲ ਲੜਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ ਜੀ। ਮੀਡੀਆ ਨੇ ਮੇਰੀ ਬਹੁਤ ਮਦਦ ਕੀਤੀ ਹੈ, ਇੰਨੀ ਕਿਸੇ ਨੇ ਮਦਦ ਨਹੀਂ ਕੀਤੀ ਜਿਹੜੀ ਮੀਡੀਆ ਨੇ ਮਦਦ ਕੀਤੀ ਹੈ। ਮੈਂ ਬਹੁਤ ਬਹੁਤ ਤੁਹਾਡਾ ਰਿਣੀ ਹਾਂ ਜੀ। ਥੈਂਕ ਯੂ ਵੈਰੀ ਮਚ। ਅਸੀਂ ਉਹਨਾਂ ਦੋਨਾਂ ਪਾਰਟੀਆਂ ਨੂੰ ਵੀ ਕਹਿੰਦੇ ਆ ਕਿ ਜੇਕਰ ਉਹ ਆਪਣੀ ਗੱਲ ਰੱਖਣੀ ਚਾਹੁੰਦੇ ਆ ਤਾਂ ਆਪਣੀ ਗੱਲ ਰੱਖਣ, ਕਿਉਂਕਿ ਵੱਡੇ ਦੋਸ਼ ਨੇ ਔਰ ਸਬੂਤਾਂ ਦੇ ਤਹਿਤ ਗਿਆਨ ਸਿੰਘ ਕਾਲੜਾ ਇਹ ਦੋਸ਼ ਲਗਾ ਰਹੇ ਨੇ। ਬਕਾਇਦਾ ਰਾਜੀਨਾਮੇ ਹੋਏ ਆ, ਰਾਜੀਨਾਮਿਆਂ ਦੇ ਸਾਈਨ ਨੇ, ਹਰੇਕ ਸਬੂਤ ਜਿਹੜਾ ਡਾਕੂਮੈਂਟ ਹੈ ਉਹ ਆਪਣੇ ਨਾਲ ਲੈ ਕੇ ਚੱਲਦੇ ਆ। ਸੋ ਉਹ ਅਸੀਂ ਇਹ ਵੀ ਕਵਾਂਗੇ ਕਿ ਇੱਕ ਪੱਖ ਹੈ, ਦੂਜਾ ਪੱਖ ਵੀ ਜੇ ਆਪਣੀ ਗੱਲ ਰੱਖਣਾ ਚਾਹੁੰਦਾ ਉਹ ਗੱਲ ਜ਼ਰੂਰ ਰੱਖੇ, ਪਰ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਇਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਨਸਾਫ ਮਿਲਣਾ ਚਾਹੀਦਾ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਇਸ ਪੇਸ਼ਕਸ਼ 'ਚ ਇਹਨਾਂ ਇਜਾਜ਼ਤ ਦਿਓ। ਧੰਨਵਾਦ।